सुने न कहूँ दुते की गाथा, जो निज भाग सुवरनी होई, तिह ना बिगाड़ सकै कहो कोई। जगत नाथ के है सब हता, सुने न कहूँ दुते की गाथा। वाहिगुरु जी का खालसा, वाहिगुरु जी की फतेह। परम सम्मानयोग गुरु की साकी नमाजी, गुरु खालसा सत्संगत जीओ। प्रथम फतेह की सांग करो और रसना करो पवित्र, गज बज के फतेह बुलाओ जी। वाहिगुरु जी का खालसा, वाहिगुरु जी की फतेह। सतगुरां दा वड्डा परोपकार है कलयुगी जीवन ते, जिन्ना तपदियां हृदयां उठारण वास्ते सतगुरां ने ये वड्डी प्रारंभ साडी झोली का श्रृंगार बनाई है। आओ मन करके तन करके शब्द सुत के समेत विच हाजिर होइए। लड़ीवार इतिहास, गुर इतिहास, गुर बाबे का बचपन, आप वो लड़ीवार प्रसंग श्रवण कर रहे हो, जिस विच संसार का हरेक माँ बाप अपनी औलाद वास्ते चिंता होता है। अजोकी जीवन शैली के विच भी भावें के पदार्थ बहुत मिल गए ने, धन संपदा मिल गई है, पर फिर भी मनुख चिंता तुर है। जिवें गुरु नानक दे माता पिता ने आखो सतनाम। महता का अर्थ होता है वड्डा। कालू महता कालू क्या करते सन, वैसे नाम कल्याण दास भी आया है गुर इतिहास का। घर दे विच किसी बंदे में कोई घाटा नहीं है। अज भी तुसी पटवारियों के घर वेख लो, कानून जिन्ने भी जरायत महकमा खेतीबाड़ी के महकमे नाल संबंधित ने, माल विभाग है इन्हां दे कोल, जिमीदारा बहुत वड्डा है, पर फिर भी संसारी होंदे एक चिंता है। ते जदों गुरु नानक ने पशु चारण का काम आरंभ कर दिता, आग्या को सत करके मान लिया। जिथे हुण जिहड़े जिमीदार ने वो कहते कि असीं किसी पंच नूं, किसी सरपंच नूं जां होर नगर के अधिकारी दे कोल शिकायत नहीं करनी, क्योंकि पटवारी का इन्हां लोकां ते दबदबा है। आखो सतनाम। उन्होंने साडी कित्थे कवैत सुननी, बेनती सुननी। असीं सीधी शिकायत करांगे राय बुलार दे कोल, जिहदे थल्ले काम करदा है पटवारी, वो इहदे नाल गल करेगा। पहली गल तो कहते पटवारी नूं किड्डी क लोड़ पई है, जिहड़े डंगर चारण का काम किड्डा नखिद्ध काम है, वो इहने अपने मस्त बालक नूं ला दिता सकारे। होर थोड़े ने इहदे काम, उन्हां कोल डंगर चरावे, लोकां दीयां खेतियां उजाड़दा फिरदा, लोग ताने मारदे। हुण
ਜਿੰਨੇ ਵੀ ਕਾਰਜਾਂ ਦੇ ਵਿੱਚ ਮਹਿਤਾ ਕਾਲੂ ਜਾਂ ਕਲਿਆਣ ਦਾਸ ਜੀ ਨੇ ਪਿਤਾ ਨੇ ਪੁੱਤਰ ਨੂੰ ਕੰਮ ਦੇ ਵਿੱਚ ਲਗਾਇਆ, ਪੜਨ ਭੇਜਿਆ ਪਾਂਧੇ ਦੇ ਕੋਲ, ਤਾਂ ਵੀ ਸ਼ਿਕਾਇਤ। ਜੇ ਮੁੱਲਾਂ ਦੇ ਕੋਲ ਉਸ ਸਮੇਂ ਦੀ ਜਿਹੜੀ ਉੱਚ ਸਿੱਖਿਆ ਸੀ, ਅਰਬੀ ਫਾਰਸੀ ਪੜ੍ਹਨ ਭੇਜਿਆ, ਤਾਂ ਵੀ ਸ਼ਿਕਾਇਤ। ਆਪੋ ਸਤਨਾਮ। ਪਾਂਧੇ ਨੇ ਵੀ ਹੱਥ ਬੰਨ੍ਹ ਕੇ ਹੱਥ ਜੋੜ ਕੇ ਬੇਨਤੀ ਕਰਕੇ ਕਹਿ ਦਿੱਤਾ, ਕਹਿੰਦੇ ਕਾਲੂ ਤੇਰਾ ਪੁੱਤਰ ਤੇ ਬਹੁਤ ਪੜ੍ਹਿਆ। ਆਪੋ ਸਤਨਾਮ। ਇਹ ਪੜ੍ਹਨ ਨਹੀਂ ਆਇਆ, ਇਹ ਪੜ੍ਹਾਉਣ ਆਇਆ। ਆਪੋ ਸਤਨਾਮ। ਤੇ ਜਿਹੜਾ ਅਰਬੀ ਫਾਰਸੀ ਦਾ ਉਸ ਸਮੇਂ ਜਿਹੜੀ ਸਭ ਤੋਂ ਉੱਚ ਪਾਏਦਾਰ ਦੀ ਵਿਦਿਆ ਸੀ, ਉਹ ਅਰਬੀ ਤੇ ਫਾਰਸੀ ਸੀ। ਜਿਵੇਂ ਅੱਜ ਤੁਸੀਂ ਕਹਿੰਦੇ ਨਾ ਬੱਚਿਆਂ ਨੂੰ ਆਈਲੈਟਸ ਕਰਾਈਏ ਤੇ ਬਾਹਰ ਭੇਜਣੇ। ਆਪੋ ਸਤਨਾਮ। ਤੇ ਮਹਿਤਾ ਜੀ ਕਹਿੰਦੇ ਫਿਰ ਇਹਨੂੰ ਆਪਾਂ ਉੱਚ ਵਿਦਿਆ ਜਿਹੜੀ ਹੈਗੀ ਉਸ ਸਮੇਂ ਦੀ, ਉਸ ਸਮੇਂ ਦੇ ਜਿੰਨੇ ਵੀ ਗ੍ਰੰਥ ਨੇ ਅਰਬੀ ਦੇ ਵਿੱਚ ਨੇ, ਫਾਰਸੀ ਦੇ ਵਿੱਚ ਨੇ। ਤੇ ਪਿਤਾ ਕਹਿੰਦੇ ਚਲੋ ਇਹਨੂੰ ਉੱਚ ਵਿਦਿਆ ਪੜ੍ਹਾ ਲਈ, ਸਮੇਂ ਦੇ ਨਾਲ ਤਰੱਕੀ ਕਰ ਜਾਵੇਗਾ। ਚਿੰਤਾ ਤੁਰ ਹੈ ਨਾ ਅੰਦਰ ਚਿੰਤਾ ਹੈ ਇਸ ਬੱਚੇ ਦਾ ਕੁਝ ਬਣ ਜਾਵੇ, ਕਿਉਂਕਿ ਮਾਤਾ ਪਿਤਾ ਨੂੰ ਸਦਾ ਬੱਚਿਆਂ ਦੇ ਭਵਿੱਖ ਦੀ ਚਿੰਤਾ ਨਹੀਂ ਦੀ। ਭਾਰਤਾਂ ਵਿੱਚ ਜਿੰਨੀਆਂ ਮਰਜ਼ੀ ਕਜੋਰੀਆਂ ਭਰੀਆਂ। ਆਪੋ ਸਤਨਾਮ। ਇਸ ਤਰ੍ਹਾਂ ਦੀ ਜਦੋਂ ਅਵਸਥਾ ਬਣਦੀ ਹੈ ਪਿਤਾ ਦੀ ਮਾਤਾ ਦੀ, ਤੇ ਸਤਿਗੁਰੂ ਜੀ ਦੀ ਉਸਤਤ ਵਿੱਚ ਭੱਟ ਕਹਿੰਦੇ ਲਿਖਦੇ ਨੇ, ਇਹ ਚਿੰਤਾ ਤਾਂ ਸਾਰੀ ਮਾਇਆ ਦੀ ਹੈ। ਕਹਿੰਦੇ ਗੁਰੂ ਨਾਨਕ ਚਿੰਤਾ ਕੱਟਣ ਵਾਸਤੇ ਆਏ ਨੇ। ਕੀ ਆਖਦੇ ਨੇ, ਜੇ ਕਾਟੀ ਸਿਲਕ ਦਿਆ ਰੱਬ ਸੇਜਨ ਲੱਗੇ ਭਗਤੇ। ਜਿਨ੍ਹਾਂ ਨੇ ਮਾਇਆ ਦੀ ਫਾਸ ਕੱਟਣੀ ਹੋਵੇ ਨਾ ਭਾਈ, ਉਹ ਭਗਤੀ ਵਿੱਚ ਲੱਗ ਜਾਵੋ। ਤੇ ਸਾਡੇ ਕੋਲ ਮਾਇਆ ਵਿਸਰਦੀ ਸੀ। ਜਿਹੜੇ 12 ਤੇ ਵਧੇਕ ਤੋਂ ਬਾਅਦ ਕੁਝ ਸ਼ਲੋਕ ਆਉਂਦੇ ਨੇ, ਉਹਨਾਂ ਵਿੱਚ ਇੱਕ ਸ਼ਲੋਕ ਆਉਂਦਾ, ਸ਼ਲੋਕ ਮਹੱਲਾ ਪੰਜਵਾਂ। ਮਾਇਆ ਮਨੋਨਾ ਵਿਸਰੈ ਮੰਗੈ ਧੰਮਾ। ਇੱਕ ਥਾਂ ਤੇ ਭੋਗ ਪਾਈਏ ਤੇ ਇੱਕ ਬੰਦਾ ਵਿੱਚੋਂ ਉੱਠ ਕੇ ਕਹਿੰਦਾ ਬਾਬਾ ਜੀ ਫਿਰ ਹੁਣ ਢੇਕਾਂ ਦਾ ਟਾਈਮ ਹੋ ਗਿਆ, ਤਾਂ ਇਹਨੂੰ ਉੱਚੀ ਉੱਚੀ ਪੜ੍ਹਨੇ ਵਾਪੋ ਸਤਨਾਮ। ਉਹ ਸ਼ਲੋਕ ਥੋੜਾ ਜਿਹਾ ਉੱਦਾਂ ਵੀ ਕੁਝ ਪਾਠੀ ਸਿੰਘ ਨੇ ਨਾ ਥੋੜਾ ਜਿਹਾ ਦਬਾਅ ਦੇ ਕੇ ਪੜ੍ਹ ਦਿੱਤਾ। ਮਾਇਆ ਮਨ ਹੋਣਾ ਵਿਸਰੇ, ਦੋਹਰੀ ਵਾਰੀ ਪੜ੍ਹ ਦਿੱਤਾ। ਇੱਥੇ ਵਿਸਰਦੀ ਨਹੀਂ ਵਿਸਰਦੀ, ਨਾ ਸੁੱਤਿਆਂ ਨਾ ਜਾਗਦਿਆਂ, ਇਹਦੇ ਵਿੱਚ ਹੀ ਮਨੁੱਖ ਚਿੰਤਾ ਤੁਰ ਰਹਿੰਦਾ, ਇਹਦੀ ਫਾਸ ਦੇ ਵਿੱਚ ਭਜਾ ਰਹਿੰਦਾ। ਤੇ ਗੁਰੂ ਨਾਨਕ ਦੇ ਪ੍ਰਥਾਏ ਕਹਿੰਦੇ ਨੇ, ਭੱਟ ਕਹਿੰਦੇ ਵੀ ਜਿਨ੍ਹਾਂ ਨੇ ਇਹਦੀ ਫਾਸ ਨੂੰ ਕੱਟਣਾ ਹੋਵੇ, ਇਹਦੀ ਗ੍ਰਿਫਤ ਤੋਂ ਛੁਟਕਾਰਾ ਪਾਉਣਾ ਹੋਵੇ, ਉਹ ਭਗਤੀ ਵਿੱਚ ਲੱਗ ਜਾਣਾ। ਆਪੋ ਸਤਨਾਮ। ਹਰ ਗੁਰੂ ਨਾਨਕ ਜਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਪਿਤਾ ਚਿੰਤਾ ਤੁਰ ਹੈ ਕਾਰੋਬਾਰ ਕਰਕੇ, ਵਿਆਹ ਕਰਕੇ। ਵਿਆਹ ਵੀ ਗੱਲਾਂ ਨੇ ਸਾਰੀਆਂ ਉੱਥੇ ਚੱਲਦੀਆਂ। ਕਹਿੰਦੇ ਹਰ ਗੁਰੂ ਨਾਨਕ ਜਨ ਪਰਸਿਓ, ਜਿਨ੍ਹਾਂ ਨੇ ਪਰਸਨਾ ਕੀਤਾ, ਸੋਹਣਾ ਕੀਤਾ ਗੁਰੂ ਨਾਨਕ ਨੂੰ। ਗੁਰੂ ਨਾਨਕ ਨੂੰ ਸਪਰਸ਼ ਕਿਵੇਂ ਕਰਾਂਗੇ? ਸ਼ਬਦ ਸਪਰਸ਼। ਆਪੋ ਸਤਨਾਮ। ਸ਼ਬਦ ਨੂੰ ਸੁਣਨ ਕਰਨਾ, ਉਹਨੂੰ ਹਿਰਦੇ ਵਿੱਚ ਲੈ ਕੇ ਜਾਣਾ, ਉਹਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਲੈ ਕੇ ਆਉਣਾ। ਇਹ ਗੁਰੂ ਨਾਨਕ ਨਾਲ ਅਟੈਚਮੈਂਟ ਹੈ। ਕਹਿੰਦੇ ਹਰ ਗੁਰੂ ਨਾਨਕ ਜਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਉਹ ਮੁਕਤੀ ਨੂੰ ਪ੍ਰਾਪਤ ਹੋ ਜਾਣਗੇ। ਪਰ ਗੁਰੂ ਨਾਨਕ ਦਾ ਖੁਦ ਪਿਤਾ ਫਿਕਰਾਂ ਦੇ ਵਿੱਚ ਹੈ, ਪ੍ਰਭ ਦਾਤੋ ਦਾਤਾਰ ਕਰਿਓ ਜਾਚਕ ਇੱਕ ਸ਼ਰਨਾ। ਉਹਦੀ ਸ਼ਰਨ ਵਿੱਚ ਚਲੇ ਜਾਣਾ। ਭਾਵ ਗੁਰੂ ਨਾਨਕ ਨੂੰ ਆਪਣੇ ਅੰਗ ਸੰਗ ਸਮਝਣਾ ਕਿ ਜੋ ਕੁਝ ਹੈ ਸੋ ਤੇਰੇ ਕਰਕੇ ਹੀ ਹੈ। ਸਾਡਾ ਵਜੂਦ, ਸਾਡਾ ਢਾਂਚਾ ਕੋਈ ਮੈਨੇ ਨਹੀਂ ਰੱਖਦਾ। ਇਹ ਜੋ ਚਮੜੀ ਹੈ, ਜੋ ਪੱਲੇ ਦਮੜੀ ਹੈ, ਤੇਰੇ ਕਰਕੇ ਹੀ ਹੈ। ਆਪੋ ਸਤਨਾਮ। ਸਾਡੇ ਕੀ ਮਜਾਲ, ਅਸੀਂ ਕੋਈ ਡਾਲਰ ਪਾਉਂਡ ਕੋਈ ਸਿੱਕਾ ਕਮਾ ਲਈਏ। ਸਾਡੀ
ये कोई युक्ति जुक्ति नहीं, कोई सियाणप नहीं। ਜਿਹੜੇ ਇਸ ਗੱਲ ਦਾ ਮਾਣ ਕਰਦੇ ਜੇ ਉਹ ਖਾਲੀ ਕਰਨ ਤੇ ਆ ਜਾਵੇ ਤੇ ਇੱਕ ਦਿਨ ਵਿੱਚ ਹੀ ਖਾਲੀ ਕਰ ਦਿੰਦਾ ਕੋ ਸਤਨਾਮ। ਇਸ ਕਰਕੇ ਮੇਰੇ ਨਾਮ ਸੰਤਰੇ ਜੇ ਲੱਗ ਭਉਚਰ ਤਰਨਾ, ਜਿਵੇਂ ਸੰਤਰੇਨ ਜਿੱਥੇ ਸੱਚਾ ਸੌਦਾ ਕੀਤਾ ਉਸ ਮੁਖੀ ਦਾ ਨਾਮ ਨਹੀਂ, ਉਸ ਸੰਤ ਦਾ ਨਾਮ ਸੰਤਰੇਨ ਸੀ। ਉਹਦੀ ਸ਼ਰਨ ਵਿੱਚ ਪੈ ਜਾਵੋ, ਉਹਦੇ ਚਰਨਾਂ ਦੀ ਧੁੰਦ ਹੋ ਜਾਵੋ। ਤੇ ਗੁਰੂ ਨਾਨਕ ਦੇ ਅਰਥਾਏ ਭੱਟ ਕਹਿ ਰਹੇ ਆਖੋ ਸਤਨਾਮ। ਕਹਿੰਦੇ ਬੇਨਤ ਕਰੂੰ ਅਰਦਾਸ ਜੇ ਠਾਕੁਰ ਭਾਵੇ, ਪਰਮੇਸ਼ਰ ਨੂੰ ਭਾ ਜਾਈਏ, ਚੰਗੇ ਲੱਗ ਜਾਈਏ, ਸਾਡੇ ਵੱਡੇ ਭਾਗ ਨੇ। ਕਿਰਪਾ ਕਰਕੇ ਉਹ ਸੇਵਾ ਤੇ ਸਿਮਰਨ ਸਾਡੀ ਝੋਲੀ ਵਿੱਚ ਪਾ ਦੇਵੇ ਆਖੋ ਸਤਨਾਮ। ਜਿੰਨਾ ਵੀ ਧੰਨਵਾਦ ਕੀਤਾ ਜਾਵੇ ਸਤਿਗੁਰਾਂ ਦਾ ਥੋੜਾ ਹੈ, ਸਮੁੱਚੀਆਂ ਸੰਗਤਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਹੈ ਆਖੋ ਸਤਨਾਮ। ਅੱਜ ਆਪ ਜੀ ਦੇ ਨਗਰ ਦੇ ਵਿੱਚ ਜਿੱਥੇ ਉਹ ਪਾਵਨ ਪਵਿੱਤਰ ਸਥਾਨ, ਜਿੱਥੇ ਮਹਾਨ ਤਪਸਵੀ ਬ੍ਰਹਮ ਗਿਆਨੀ ਮਹਾਂਪੁਰਸ਼ ਤਤ ਦੇਂਦੇ ਕੌਣ ਪਰਮਹੰਸ ਭਾਈ ਕਾਰੋ ਜੀ ਆਖੋ ਸਤਨਾਮ। ਉਹਨਾਂ ਦੇ ਬਰਖੁਰਦਾਰ ਸਪੁੱਤਰ ਭਾਈ ਸਾਹਿਬ ਭਾਈ ਨਾਰਾਇਣ ਦਾਸ ਜੀ, ਤਿੰਨਾਂ ਦੀ ਧਰਮ ਸਪਤਨੀ ਬੀਬੀ ਭਾਗ ਭਰੀ ਜੀ ਆਖੋ ਸਤਨਾਮ। ਉਹਨਾਂ ਦੀ ਸਪੁੱਤਰੀ ਬੀਬੀ ਰਾਮੋ ਜੀ, ਉਹਨਾਂ ਦੀ ਸਪੁੱਤਰੀ ਜਗਤ ਮਾਤਾ ਦਮੋਦਰੀ ਸਾਧ ਜੀ ਆਖੋ ਸਤਨਾਮ। ਉਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਭਾਈ ਅੱਜ ਮਹਾਂਪੁਰਖਾਂ ਨੇ ਕਿਰਪਾ ਕੀਤੀ। ਜਿਹੜੀ ਕਾਰ ਸੇਵਾ ਆਰੰਭ ਸੀ ਉਸ ਸਥਾਨ ਦੇ ਉੱਤੇ ਜਿਹੜੀ ਬੇਟਕ ਤਾਬੀਰ ਹੋਈ ਹੈ, ਲੰਗਰ ਹਾਲ ਹੈ, ਔਰ ਨਾਲ ਉਸ ਨੂੰ ਅਸੀਂ ਧਾਰਮਿਕ ਦਿਮਾਗ ਵਾਸਤੇ ਵੀ ਵਰਤਣਾ ਆਖੋ ਸਤਨਾਮ। ਜਦੋਂ ਸਤਿਗੁਰਾਂ ਦਾ ਵਿਆਹ ਕਰਵਾਵੇਗਾ ਦੀਵਾਨ ਵੀ ਸਜਾਵਾਂਗੇ, ਗੁਰਬਾਣੀ ਵੀ ਪੜਾਂਗੇ, ਕਥਾ ਵੀ ਕਰਾਂਗੇ, ਕੀਰਤਨ ਵੀ ਸੁਣਾਂਗੇ। ਇਹ ਮਹਾਂਪੁਰਖਾਂ ਨੇ ਫਿਰ ਵੱਡਾ ਪਰਉਪਕਾਰ ਕੀਤਾ ਕਿ ਏਦਾਂ ਹੀ ਸੰਗਤ ਸੱਜ ਕੇ ਬੈਠੇ ਪ੍ਰੇਮ ਦੇ ਨਾਲ ਕਥਾ ਕਹਾਣੀਆਂ ਗੁਰਰੀਤ ਸੁਣਾਈਆਂ ਦੇ ਮਹਾਂਵਾਕਾਂ ਅਨੁਸਾਰ ਹਰੇ ਜਸ ਕੀਤਾ ਜਾਵੇ ਤਾਂ ਕਿ ਮਾਇਆ ਦੇ ਬੰਧਨ ਅਸੀਂ ਤੋੜ ਸਕੀਏ। ਹੋਰ ਕੋਈ ਚਾਰਾ ਨਹੀਂ, ਕੋਈ ਹੀਲਾ ਨਹੀਂ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਸਤਿਗੁਰਾਂ ਦਾ ਧੰਨਵਾਦ, ਮਾਈਆਂ ਬੀਬੀਆਂ ਦਾ ਧੰਨਵਾਦ, ਵੀਰਾਂ ਦਾ, ਮਹਾਂਪੁਰਖਾਂ ਦਾ, ਸਾਰਿਆਂ ਦਾ ਧੰਨਵਾਦ। ਸੇਵਾ ਕਰਨ ਵਾਲੇ ਲੋਧੇ ਗਰਮੀ ਦੇ ਵਿੱਚ ਜਿਨ੍ਹਾਂ ਨੇ ਲੰਗਰ ਪਕਾਇਆ ਆਖੋ ਸਤਨਾਮ। ਚਾਹ ਪਕੌੜਿਆਂ ਦੇ ਲੰਗਰ ਲਗਾਏ, ਜਲੇਬੀਆਂ ਦੇ ਲੰਗਰ ਲਗਾਏ, ਜਲ ਪਾਣੀ ਦੀ ਵਿਵਸਥਾ ਕੀਤੀ। ਉਹ ਭਾਈਆਂ ਨੇ ਜਿਨ੍ਹਾਂ ਨੇ ਪਾਠ ਪੜ੍ਹ ਕੇ ਵੀ ਸੁਣਾਇਆ ਸੁਖਮਨੀ ਸਾਹਿਬ ਦਾ ਆਖੋ ਸਤਨਾਮ। ਇਹ ਜਿੰਨਾ ਵੀ ਸਾਰਿਆਂ ਦੇ ਧੰਨਵਾਦ ਵਿੱਚ ਜੁੜਿਆ ਜਾਵੇ ਥੋੜਾ, ਕਿਉਂਕਿ ਕਲਯੁਗ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਬਹੁਤ ਘੱਟ ਗਏ ਨੇ। ਹੋਰ ਅਡੰਬਰ, ਹੋਰ ਕਰਮਕਾਂਡ ਬਹੁਤ ਨੇ, ਪਰ ਸੇਵਾ ਤੇ ਸਿਮਰਨ ਦੀ ਵੱਡੀ ਦਾਤ, ਵੱਡਾ ਪਰਉਪਕਾਰ ਮਹਾਂਪੁਰਖਾਂ ਨੇ ਕੀਤਾ ਹੈ। ਸੰਤ ਬਾਬਾ ਜਗਤਾਰ ਸਿੰਘ ਜੀ, ਬਾਬਾ ਮਨਜੀਤ ਸਿੰਘ ਜੀ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਬਾਬਾ ਜੁਗਾ ਸਿੰਘ ਜੀ, ਬਹੁਤ ਸਾਰੇ ਮਹਾਂਪੁਰਖ ਨੇ, ਬੰਦਗੀ ਵਾਲੇ ਨੇ, ਸੇਵਾ ਨੂੰ ਕਮਾਉਣ ਵਾਲੇ ਨੇ, ਸਿਮਰਨ ਨੂੰ ਕਮਾਉਣ ਵਾਲੇ ਨੇ। ਸਾਰਿਆਂ ਦਾ ਧੰਨਵਾਦ ਹੈ। ਆਓ ਸਭ ਨੂੰ ਕਹਿੰਦੇ ਜੇ ਦਰਸ ਮਨ ਚਾਓ ਭਗਤ ਜੇ ਮਨ ਠਹਿਰਾਵੇ, ਮਨ ਠਹਿਰ ਜਾਵੇ ਗੱਲ ਬਣ ਜਾਵੇਗੀ। ਸੋ ਇਸ ਕਰਕੇ ਜਿੰਨੇ ਵੀ ਪਾਵਨ ਪਵਿੱਤਰ ਸਥਾਨਾਂ ਦੀ ਸੇਵਾ ਹੋ ਰਹੀ ਹੈ, ਭਗਤੀ ਨੂੰ ਪ੍ਰਚੰਡ ਕਰਨ ਵਾਸਤੇ, ਕਰਨੀ ਨੂੰ ਪ੍ਰਚੰਡ ਕਰਨ ਵਾਸਤੇ ਹੈ। ਸੋ ਆਪ ਇਹਨਾਂ ਥਾਵਾਂ ਦੇ ਉੱਤੇ ਬਹਿ ਕੇ ਗਰਮੀ ਦੇ ਮੌਸਮ ਵਿੱਚ ਸੀਤਲਤਾ ਤੁਹਾਨੂੰ ਪ੍ਰਦਾਨ ਹੋ ਰਹੀ ਹੈ। ਇਹ ਮਹਾਂਪੁਰਖਾਂ ਦੀ ਦੇਣ ਹੈ। ਸੋ ਆਓ ਜੋ ਲੜੀਵਾਰ ਗੁਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ, ਪ੍ਰੇਮ ਦੇ ਨਾਲ ਮਨੋਂ ਬਿਰਤੀ ਨੂੰ ਕਾਦਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ ਔਰ ਪ੍ਰਸੰਗ ਵੱਲ ਵਧਣਾ ਕਰੀਏ। ਰਸਨਾ ਨੂੰ ਪਵਿੱਤਰ ਕਰੋ, ਆਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਿਗੁਰੂ ਜੀ ਜਿਨ੍ਹਾਂ ਕਿਸਾਨਾਂ ਦੇ ਖੇਤ ਉਜੜੇ ਨੇ, ਉਜੜੇ ਨਹੀਂ ਸਵਾਰੇ ਨੇ, ਆਖੋ ਸਤਿਨਾਮ। ਜਿਨ੍ਹਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪ੍ਰੇਮ ਦੇ ਨਾਲ ਗੁਰੂ ਨਾਨਕ ਰਾਗੀ ਬਣ ਕੇ ਪਸ਼ੂਆਂ ਨੂੰ ਚਾਰਦੇ ਨੇ, ਉਹਨਾਂ ਕਿਸਾਨਾਂ ਨੂੰ ਉਪਦੇਸ਼ ਦਿੱਤਾ ਹੈ। ਔਰ ਨਾਲ ਦੇ ਨਾਲ ਜਿਹੜੇ ਹੋਰ ਹਿਮਾਕਤ ਕਰਕੇ ਪੁੱਜੇ ਨੇ, ਉਸ ਕਿਸਾਨ ਦੇ ਹੱਕ ਵਿੱਚ ਪੁੱਜੇ ਨੇ। ਔਰ ਜਿਹੜੇ ਅੱਜ ਗੁਰ ਇਤਿਹਾਸ ਸਰਵਣ ਕਰ ਰਹੇ ਨੇ, ਉਹਨਾਂ ਨੂੰ ਵੀ ਉਪਦੇਸ਼ ਹੈ। ਪਿਤਾ ਨੂੰ ਉਪਦੇਸ਼ ਹੈ, ਮਾਤਾ ਨੂੰ ਉਪਦੇਸ਼ ਹੈ। ਇਹ ਸਾਂਝਾ ਉਪਦੇਸ਼ ਜਗਤ ਗੁਰੂ ਨਾਨਕ ਸਾਰਿਆਂ ਨੂੰ ਦੇ ਰਹੇ ਨੇ। ਕਿਹੜਾ ਉਪਦੇਸ਼? ਕਹਿੰਦੇ ਜੋ ਨਿਜ ਭਾਗ ਸਵਰਣੀ ਹੋਈ ਤਹਿ ਨਾ ਬਿਗਾੜ ਸਕੇ ਕੋ ਕੋਈ। ਇਹ ਬਹੁਤ ਉੱਚੇ ਪਾਏਦਾਨ ਦੀ ਗੱਲ ਹੈ। ਇਹ ਜਿਹੜੀ ਬਹੁਤ ਉੱਚੀ ਗੱਲ ਹੁੰਦੀ ਨਾ, ਬਹੁਤ ਕਦਰਾਂ ਕੀਮਤਾਂ ਵਾਲੀ, ਉਹ ਸਾਡੇ ਉੱਪਰੋਂ ਦੀ ਲੰਘ ਜਾਂਦੀ। ਆਖੋ ਸਤਿਨਾਮ। ਤੇ ਜੋ ਬਹੁਤ ਨਿਵਾਣ ਵਾਲੀ ਹੁੰਦੀ, ਉਹਨੂੰ ਅਸੀਂ ਪਕੜ ਵਿੱਚ ਕਰ ਲੈਂਦੇ ਹਾਂ। ਜਿਹੜੀ ਉੱਚ ਪਾਏਦਾਨ ਵਾਲੀ ਗੱਲ ਹੈ, ਉਹ ਸਾਡੇ ਇੱਕ ਕੰਨ ਵਿੱਚ ਪੈਂਦੀ, ਦੂਜੇ ਵਿੱਚੋਂ ਬਾਹਰ ਨਿਕਲ ਜਾਂਦੀ। ਲਾਭ ਨਹੀਂ ਉਠਾ ਸਕਦੇ। ਔਰ ਇਹੀ ਆਖਦੇ ਨੇ ਕਿ ਸੰਸਾਰ ਵਿੱਚ ਜਿਹੜੇ ਵੀ ਅਵਤਾਰੀ ਪੁਰਸ਼ ਹੋਏ, ਉਹਨਾਂ ਤੋਂ ਲਾਭ ਉਹਨਾਂ ਦੇ ਮਾਂ ਪਿਓ ਨੇ ਕਦੇ ਨਹੀਂ ਉਠਾਇਆ। ਆਖੋ ਸਤਿਨਾਮ। ਦੂਜੇ ਨੰਬਰ ਤੇ ਜਿਹੜੇ ਕੁਲ ਦੇ ਲੋਕ ਨੇ, ਉਹਨਾਂ ਨੇ ਵੀ ਨਹੀਂ ਉਠਾਇਆ। ਆਖੋ ਸਤਿਨਾਮ। ਤੀਜੇ ਨੰਬਰ ਤੇ ਆਉਂਦੇ ਨੇ ਮਿੱਤਰ, ਸੱਜਣ ਮਿੱਤਰ, ਲੰਗੋਟੀਏ ਯਾਰ, ਉਹ ਵੀ ਲਾਭ ਨਹੀਂ ਉਠਾ ਸਕਦੇ। ਆਖੋ ਸਤਿਨਾਮ। ਤੇ ਚੌਥੇ ਨੰਬਰ ਤੇ ਸ਼ਰੀਕ, ਤੇ ਪੰਜਵੇਂ ਨੰਬਰ ਤੇ ਦੁਸ਼ਮਣ। ਕਹਿੰਦੇ ਇਹ ਅਵਤਾਰੀ ਪੁਰਸ਼ਾਂ ਤੋਂ ਕਦੇ ਲਾਭ ਨਹੀਂ ਉਠਾ ਸਕਦੇ। ਉਹਦਾ ਕਾਰਨ ਕੀ ਹੈ? ਮਾਤਾ ਪਿਤਾ ਵੀ ਮਾਂ ਮਮਤਾ ਦੇ ਮੋਹ ਵਿੱਚ ਬੱਝੀ ਹੈ, ਔਰ ਦੂਸਰੇ ਪਾਸੇ ਪਿਤਾ ਚਿੰਤਾ ਤੋਂ ਰਹਿੰਦਾ ਹੈ ਸਦਾ। ਕਿਸ ਕਰਕੇ? ਕਿਸ ਬੱਚੇ ਦਾ ਭਵਿੱਖ ਕੀ ਹੋਵੇਗਾ। ਆਖੋ ਸਤਿਨਾਮ। ਇਹੀ ਹਾਲਾਤ ਨੇ ਗੁਰੂ ਨਾਨਕ ਦੇ ਮਾਂ ਪਿਓ ਦੇ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟ ਨਾਨਕ ਰਾਏ। ਹੁਣ ਬੇਦੀ ਕੁਲ ਦੇ ਲੋਕ ਵੀ ਕਿਚਰਾ ਕਰਦੇ ਨੇ ਕਿ ਪਟਵਾਰੀ ਉੱਚ ਪਾਏਦਾਨ ਦੇ ਅਹੁਦੇ ਤੇ ਤਾਇਨਾਤ ਹੋਵੇ ਤੇ ਉਹਦਾ ਬੱਚਾ ਡੰਗਰ ਚਾਰਦਾ ਹੋਵੇ, ਗੱਲ ਤਾਂ ਹੋਣੀ ਲੱਗਦੀ ਨਾ। ਪਰ ਗੁਰੂ ਨਾਨਕ ਜਦੋਂ ਮਾਤਾ ਪਿਤਾ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਹੱਥ ਵਿੱਚ ਬਾਂਸ ਦਾ ਡੰਡਾ ਫੜਾ ਦਿੱਤਾ। ਪਰ ਕਹਿੰਦੇ ਕਦੇ ਵੀ ਗੁਰੂ ਨਾਨਕ ਨੇ ਡੰਡੇ ਦੀ ਵਰਤੋਂ ਨਹੀਂ ਕੀਤੀ। ਆਖੋ ਸਤਿਨਾਮ। ਬੜੇ ਪ੍ਰੇਮ ਦੇ ਨਾਲ ਪਸ਼ੂਆਂ ਨੂੰ ਲੈ ਕੇ ਜਾਂਦੇ ਨੇ, ਤੇ ਜਦੋਂ ਜਾਂਦੇ ਨੇ ਜਿੱਥੇ ਬਨਸਪਤੀ ਹਰੀ ਭਰੀ ਹੈ ਛੱਡ ਦਿੰਦੇ ਨੇ। ਕੁਦਰਤੀ ਵਾਤਾਵਰਨ ਇਹੋ ਜਿਹਾ ਬਣਦਾ ਹੈ, ਬੱਦਲਾਂ ਦੀ ਬਰਸਾਤ ਹੁੰਦੀ ਹੈ ਹਲਕੀ ਜਿਹੀ, ਚਾਰੇ ਪਾਸੇ ਬੱਦਲ ਛਾਏ ਹੋਏ ਨੇ, ਤੇ ਗੁਰੂ ਨਾਨਕ ਸਮਾਧੀ ਲੀਨ ਹੋ ਜਾਂਦੇ ਨੇ। ਆਖੋ ਸਤਿਨਾਮ। ਇਸੇ ਕਰਕੇ ਬੇਦੀ ਕੁਲ ਦੇ ਕਹਿੰਦੇ ਨੇ ਗੁਰੂ ਨਾਨਕ ਮਸਤਾਨਾ ਹੈ, ਪਟਵਾਰੀ ਦਾ ਪੁੱਤ ਮਸਤਾਨਾ ਹੈ। ਜਿੱਥੇ ਕਿਤੇ ਬਹਿੰਦਾ ਚੌਂਕੜੀ ਮਾਰ ਕੇ ਆਪਣੀ ਧੁੰਦ ਵਿੱਚ ਲੀਨ ਹੋ ਜਾਂਦਾ। ਤੇ ਪਸ਼ੂ ਬਿਰਤੀ ਹੈ ਉਹਨਾਂ ਦੀ ਭਾਈ, ਜਿੱਥੇ ਫਿਰ ਹਰਿਆਲੀ ਦੇਖਦੇ ਨੇ ਉੱਥੇ ਜਾ ਵੜਦੇ ਨੇ, ਤੇ ਜਾ ਵੜੇ। ਹੁਣ ਗੁਰੂ ਨਾਨਕ ਉਹਨਾਂ ਕਿਸਾਨਾਂ ਨੂੰ ਇਹ ਉਪਦੇਸ਼ ਦਿਆ ਨੇ, ਕਹਿੰਦੇ ਭਾਈ ਜਿਹੜੀ ਤੁਹਾਡੀ ਪ੍ਰਾਲਬਧ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ, ਉਹ ਕੋਈ ਨਹੀਂ ਖੋ ਸਕਦਾ। ਹੁਣ ਗੱਲ ਤੇ ਮੰਨਣ ਦੀ ਹੈ, ਨਾ ਪਿਤਾ ਮੰਨਦਾ ਹੈ ਨਾ ਉਹ ਕਿਸਾਨ ਮੰਨਦੇ ਨੇ। ਗੁਰੂ ਨਾਨਕ ਜੋ ਕਹਿ ਰਹੇ ਨੇ, ਕਹਿੰਦੇ ਜੋ ਨਿਜ ਭਾਗ ਸਵਰਣੀ ਹੋਈ ਤੈ ਨਾ ਬਿਗਾੜ ਸਕੇ ਕੋ ਕੋਈ। ਕਹਿੰਦੇ ਜੋ ਭਾਗਾਂ ਵਿੱਚ, ਜੋ ਮਸਤਕ ਦੇ ਭਾਗ ਨੇ, ਜੋ ਪ੍ਰਾਲਬਧ ਹੈ, ਉਹਨੂੰ ਕੋਈ ਖੋ ਨਹੀਂ ਸਕਦਾ। ਔਰ ਜੋ ਤੁਹਾਡੇ ਭਾਗਾਂ ਦੇ ਵਿੱਚ ਹੈ, ਉਹਦੇ ਉੱਤੇ ਕੋਈ ਹੋਰ ਹੱਥ ਨਹੀਂ ਫੇਰ ਸਕਦਾ। ਇਸ ਕਰਕੇ ਕਾਹਦੇ ਲਈ ਚਿੰਤਾ ਤੁਰ ਹੋ ਰਹੇ ਹੋ? ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਕਹਿ ਰਹੇ ਨੇ
ਉਹਨਾਂ ਦੇ ਅੰਦਰ ਬਹੁਤ ਈਰਖਾ ਵਧ ਰਹੀ ਹੈ। ਕਿਵੇਂ ਵੱਧ ਰਹੀ ਹੈ? ਕੀ ਆਖਦੇ ਨੇ? ਜਗਤ ਨਾਥ ਕੇ ਹੈ ਸਭ ਹੱਥਾ, ਸੁਨੇ ਨ ਕਹੂੰ ਜੁਤੇ ਕੀ ਗਾਥਾ। ਕਹਿੰਦੇ ਪਰਮੇਸ਼ਰ ਦੇ ਹੱਥ ਵਿੱਚ ਡੋਰੀ ਹੈ। ਪਾਵ ਡੋਰੀ ਹਾਥ ਤੁਮਾਰੇ, ਜੀ ਜੰਤ ਸਾਧਾ ਹੈ। ਜਿਤਨੇ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਡੋਰ ਪਰਮੇਸ਼ਰ ਦੇ ਹੱਥ ਵਿੱਚ ਹੈ। ਅਸੀਂ ਐਵੇਂ ਬਖੇੜਾ ਖੜਾ ਕਰ ਰਹੇ ਹਾਂ। ਗੁਰੂ ਨਾਨਕ ਜੀ ਉਪਦੇਸ਼ ਉਹਨਾਂ ਨੂੰ ਦੇ ਰਹੇ ਹਨ ਜੀ। ਅਜੋ ਤੇਨ ਅਸ ਬਿਦ ਜੀ ਜਾਨੀ, ਬੀਤੀ ਕਿਨਾ ਬਿਤਾਰ ਕਾਨੀ। ਕਹਿੰਦੇ ਇਸ ਲਈ ਇਹ ਜਿਹੜੀਆਂ ਗਈਆਂ ਮੱਝਾਂ ਇਹ ਤਿਆਰ ਇਹ ਇਹਨਾਂ ਦੇ ਉੱਤੇ ਛੱਡ ਦਿਓ। ਇਹਨਾਂ ਦੇ ਬਾਰੇ ਜੋ ਬੀਤ ਗਿਆ ਹੈ, ਜੋ ਸਮਾਂ ਲੰਘ ਗਿਆ ਹੈ, ਜੋ ਖੇਤ ਉਜੜ ਗਿਆ ਹੈ, ਤੁਸੀਂ ਸਮਝਦੇ ਹੋ। ਕਹਿੰਦੇ ਇਹ ਤਾਂ ਬੀਤੇ ਸਮੇਂ ਦੀ ਕਹਾਣੀ ਹੈ, ਇਹਦੇ ਵੱਲ ਬਹੁਤਾ ਚਿੰਤਾ ਤੁਰ ਨਾ ਹੋਵੋ ਜੀ। ਸੁਨੇ ਨ ਬਚ ਰਹਿ ਬਹੁ ਤੇਰਾ, ਜੇ ਕ੍ਰਿਸ਼ ਕੋ ਭਾ ਸ਼ੋਕ ਕਨੇਰਾ। ਪਰ ਕਹਿੰਦੇ ਜਿਹਦਾ ਖੇਤ ਉਜੜਿਆ ਹੋਵੇ ਉਹਨੂੰ ਕਿੱਥੇ ਚੈਨ ਆਉਂਦੀ ਆ? ਕੋ ਸਤਨਾਮ। ਕਹਿੰਦੇ ਕਿਸਾਨ ਜਿੰਨੇ ਵੀ ਨੇ ਉਹਨੇ ਹੋਰ ਨਾਲ ਇਕੱਠੇ ਕਰਨੇ ਹੁੰਦੇ, ਉਹ ਸਾਰੇ ਜਣੇ ਆ ਕੇ ਹੱਲਾ ਗੁੱਲਾ ਕਰਦੇ ਆ। ਕਹਿੰਦੇ ਸੁਣੇ ਨਾ ਬਚ ਮਾਰੇ ਬਹੁ ਤੇਰਾ। ਕਹਿੰਦੇ ਤੇਰੇ ਬਚਨਾਂ ਦੇ ਨਾਲ ਸਾਡਾ ਢਿੱਡ ਥੋੜੋ ਭਰਨਾ। ਆਖੋ ਸਤਨਾਮ। ਭਗਤਾਂ ਨੇ ਵੀ ਕਹਿਤਾ ਭੁੱਖੇ ਭਗਤ ਨਾ ਪੀਜੈ। ਜੈ ਮਾਲਾ ਆਪਣੀ, ਕਹਿੰਦੇ ਆ ਮਾਲਾ ਚੱਕ ਆਪਣੀ ਪਰਮੇਸ਼ਰ ਨੂੰ ਕਹਿ ਰਹੇ ਨੇ। ਕਹਿੰਦੇ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਕਿਸਾਨ ਕਹਿੰਦਾ ਭਾਈ ਸਾਡਾ ਤੇ ਖੇਤ ਉਜੜ ਗਿਆ, ਤੈਨੂੰ ਕਦਾ ਕਹਾਣੀਆਂ ਸੁਣੀਆਂ। ਭਾਵ ਕੀਮਤੀ ਬਚਨ ਪਹਿਲਾਂ ਪੇਟ ਪੁੱਤਰ ਨਿਸ਼ਾਨ ਦੀ ਪੂਰਤੀ ਵਾਸਤੇ ਮਨੁੱਖ ਕੰਮ ਕਰਦਾ ਹੈ, ਔਰ ਸਾਰਾ ਜੀਵਨ ਚੱਕਰ ਇਸੇ ਦੁਆਰਾ ਇਸੇ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਮਨੁੱਖ ਦਾ। ਸੋ ਇਸ ਕਰਕੇ ਜਿਤਨੇ ਵੀ ਕਿਸਾਨ ਆਏ ਨੇ, ਹਿਰਦੇ ਵਿੱਚ ਵੱਡਾ ਸ਼ੋਕ ਹੈ, ਵਾਲੇ ਖਾ ਰਿਹਾ ਹੈ। ਔਰ ਜਿਹੜੇ ਬਚਨ ਕਹਿ ਰਹੇ ਕਹਿੰਦੇ ਸਾਡੇ ਬਚਨ ਕੰਮ ਆਉਣ ਵਾਲੇ ਨੇ, ਪਰ ਹੈ ਇਹ ਬਚਨ ਕੰਮ ਆਉਣ ਵਾਲੇ। ਆਖੋ ਸਤਨਾਮ। ਸੋ ਇਸ ਕਰਕੇ ਉਹਨਾਂ ਦੇ ਗੁਰੂ ਨਾਨਕ ਦੇ ਬਚਨਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਜੀ। ਚੌਪਈ ਚਕਰਤ ਚਕਰਤ ਪਹੁੰਚੇ ਤੇਵਾ, ਰਾਏ ਬੁਲਾਰੂ ਬੈਠਿਓ ਜਿਹਵਾ। ਇਹਦੇ ਹੁਣ ਜਿਹੜਾ ਬੋਲ ਬੁਲਾਰਾ ਸੀ ਬਹੁਤ ਜ਼ਿਆਦਾ ਵੱਧ ਗਿਆ। ਗੁਰੂ ਨਾਨਕ ਤੇ ਉਹਨਾਂ ਨੂੰ ਪਰਮ ਉਪਦੇਸ਼ ਦੇ ਰਹੇ ਨੇ, ਪਰ ਉਹਨਾਂ ਦੇ ਹਿਰਦੇ ਘਰ ਵਿੱਚ ਉਹ ਗੱਲ ਘਰ ਨਹੀਂ ਕਰ ਰਹੀ। ਏਦਾਂ ਹੀ ਬੋਲ ਬੁਲਾਰਾ ਕਰਦਿਆਂ ਤੁਰਦਿਆਂ ਕਹਿੰਦੇ ਉਹ ਪਹੁੰਚ ਜਾਂਦੇ ਨੇ ਕਿੱਥੇ? ਪਿੰਡ ਦੇ ਪੰਚ ਕੋਲ ਨਹੀਂ ਗਏ, ਸਰਪੰਚ ਕੋਲ ਨਹੀਂ ਗਏ, ਜੋ ਨਗਰ ਦਾ ਉੱਚ ਪਾਏਦਾਨ ਦਾ ਦੀਵਾਨ ਹੈ ਰਾਏ ਬੁਲਾਰ। ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਹੁਣ ਸਿੱਧੀ ਸ਼ਿਕਾਇਤ ਤੇਰੇ ਘਰੇ ਨਹੀਂ ਕਰਨੀ, ਪੰਚਾਂ ਸਰਪੰਚਾਂ ਕੋਲ ਨਹੀਂ ਕਰਨੀ, ਰਾਏ ਬੁਲਾਰ ਕੋਈ ਕਰਨੀ। ਕਿਉਂਕਿ ਉਹੀ ਤੇਰੇ ਖਾਨੇ ਵਿੱਚ ਗੱਲ ਪਾ ਸਕਦਾ, ਉਹੀ ਪਟਵਾਰੀ ਕੋਲ ਮੈਨੂੰ ਮੁਆਵਜ਼ਾ ਦਵਾ ਸਕਦਾ, ਹੋਰ ਕਿਸੇ ਦੇ ਹੱਥ ਵਿੱਚ ਇਹ ਕੰਮ ਨਹੀਂ ਆਉਣ ਵਾਲਾ। ਸੋ ਇਸ ਕਰਕੇ ਬੋਲ ਬੁਲਾਰਾ ਕਰਦਿਆਂ ਝਗੜਦਿਆਂ ਹੋਇਆਂ ਇਹ ਸਾਰੇ ਜਣੇ ਪਹੁੰਚ ਗਏ ਨੇ ਕਿੱਥੇ? ਜਿੱਥੇ ਰਾਏ ਬੁਲਾਰ ਆਪਣੇ ਦਫ਼ਤਰਖਾਨੇ ਦੇ ਵਿੱਚ ਬੈਠਾ ਹੈ ਜੀ। ਰਾਹ ਕੂਚੇ ਕੀਨ ਪੁਕਾਰੀ, ਮੋਹਿ ਖੇਤ ਸਭ ਦੀਨ ਉਜਾਰੀ। ਜਿੱਥੇ ਸਭਾ ਲੱਗੀ ਸੀ ਰਾਏ ਬੁਲਾਰ ਦੀ, ਬੈਠਾ ਸੀ ਆਪਣੇ ਦਫ਼ਤਰਖਾਨੇ ਦੇ ਵਿੱਚ। ਕਹਿੰਦੇ ਉੱਥੇ ਜਾਂਦੇ ਕਿਸਾਨ ਨੇ ਹਾਰ ਮਾਰਾ ਪਾ ਦਿੱਤਾ ਔਰ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰਨ ਲੱਗਾ, ਕਹਿੰਦਾ ਦੇਖੋ ਜੀ ਮੇਰਾ ਖੇਤ ਉਜਾੜ ਦਿੱਤਾ ਹੈ। ਪਟਵਾਰੀ ਦੇ ਪੁੱਤਰ ਨੇ, ਮਸਤਾਨਾ ਹੈ, ਦੀਵਾਨਾ ਹੈ, ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ ਹੈ ਜਿਹਨੂੰ ਕੋਈ ਜੀਵਨ ਦੀ ਸਮਝ ਨਹੀਂ। ਹਰਿਆ ਭਰਿਆ ਖੇਤ ਕਣਕ ਦਾ ਉਜਾੜ ਕੇ ਰੱਖ ਦਿੰਦਾ ਹੈ ਜੀ। ਦੀਰਘ ਬਾਬਾ ਤੋਂ ਮਸੋ ਮੇਰੇ, ਖਾਈ ਮੈਂ ਕਿਨ ਆਜ ਸਵੇਰੇ। ਕਹਿੰਦਾ ਦੇਖੋ ਤਾਜ਼ਾ ਹੀ ਕੋਈ ਦੇਖਣ ਵਾਸਤੇ ਜੇ ਤੁਹਾਨੂੰ ਸਬੂਤ ਚਾਹੀਦਾ ਹੋਵੇ, ਕਿਉਂਕਿ ਸਬੂਤਾਂ ਤੋਂ ਬਿਨਾਂ ਗੱਲ ਨਹੀਂ ਹੋ ਸਕਦੀ। ਉਹ ਕਹਿੰਦਾ ਦੇਖੋ ਅੱਜ ਸਵੇਰ ਦੀ ਗੱਲ ਹੈ, ਕੱਲ ਮੇਰਾ ਹਰਿਆ ਭਰਿਆ ਖੇਤ ਸੀ
ਪਰ ਜਦੋਂ ਅੱਜ ਮੈਂ ਸਵੇਰੇ ਜਾ ਕੇ ਦੇਖਿਆ, ਤਾਜ਼ਾ ਤੁਸੀਂ ਵੀ ਦੇਖ ਲਓਗੇ, ਉਹਦੀ ਹਾਲਤ ਏਦਾਂ ਦੀ ਕੀਤੀ ਹੋਈ ਜਿਵੇਂ ਕਦੇ ਉੱਥੇ ਕਿਸੇ ਨੇ ਕਣਕ ਬੀਜੀ ਨਾ ਹੋਵੇ। ਆਖੋ ਸਤਿਨਾਮ। ਕਿਉਂਕਿ ਪਸ਼ੂ ਗਿਰਤੀ ਪਸ਼ੂਆਂ ਦੇ ਕੋਲ ਹੈ। ਪਹਿਲਾਂ ਉਹਨਾਂ ਨੇ ਚਰਨਾ ਕੀਤਾ, ਜਦੋਂ ਰੱਜ ਪੁੱਜ ਗਈਆਂ ਫਿਰ ਵਿੱਚ ਟਿਕਣਾ ਨਹੀਂ ਕੀਤਾ। ਹੁਣ ਉੱਥੇ ਖੋਭਾ ਹੋਇਆ ਪਿਆ ਹੈ, ਪੈਰ ਨੇ ਟਿਕਦਾ ਕਿਸੇ ਬੰਨੇ, ਕੋਈ ਕਣਕ ਦੀ ਬੱਲੀ ਨਗਰੀ ਨਹੀਂ ਆ ਰਹੀ ਜੀ। ਤਾਹੇ ਤਾਹੇ ਜੋ ਤਬ ਪਟਵਾਰੀ, ਕਰਤ ਹਕੂਮਤ ਸੁਰਤ ਵਿਸਾਰੀ। ਇਹਨੇ ਜਿਦਨਾ ਵੀ ਇਹ ਪਟਵਾਰੀ ਦਾ ਗੁਣਵਾ ਹੈ। ਤਾਤ ਤਾਹੇ ਜੋ ਤੈ ਪਟਵਾਰੀ, ਇਹ ਪਟਵਾਰੀ ਦਾ ਬੱਚਾ, ਪਟਵਾਰੀ ਦਾ ਪੁੱਤਰ ਨਾਨਕ ਸੁਭਾਅ ਦਾ ਮਸਤ ਹੈ। ਪਰ ਕਹਿੰਦੇ ਹਕੂਮਤ ਵੱਡੀ ਹੈ, ਭਾਵ ਇਹਨਾਂ ਦਾ ਖਾਨਦਾਨ ਵੱਡਾ, ਕਾਰੋਬਾਰ ਵੱਡਾ, ਪਰ ਫਿਰ ਵੀ ਸਭ ਕੁਝ ਹੁੰਦਿਆਂ ਸੁਣਦਿਆਂ ਆਖੋ ਸਤਿਨਾਮ। ਕਹਿੰਦੇ ਫਿਰ ਵੀ ਇਹਨਾਂ ਨੂੰ ਰੱਜ ਨਹੀਂ ਹੈਗਾ, ਬੜੇ ਕਰੜੇ ਬਚਨ ਬੋਲਦਾ ਹੁੰਦੇ, ਭਾਵ ਇਹਨਾਂ ਨੂੰ ਰੱਜ ਨਹੀਂ ਹੈਗਾ। ਜਿਹੜਾ ਨਖਿੱਧ ਕੰਮ ਹੈ, ਪਟਵਾਰੀ ਨੇ ਆਪਣੇ ਮੁੰਡੇ ਨੂੰ ਉੱਥੇ ਲਾਇਆ ਹੋਇਆ, ਵਿਹਲੜ ਹੈਗਾ, ਭਾਵ ਕਈ ਕੰਮ ਤੇ ਲਾਇਆ ਸੀ ਪਰ ਕਿਸੇ ਬੰਨੇ ਵੀ ਉਹ ਗੋਚਰੇ ਨਹੀਂ ਲੱਗਾ। ਤੇ ਹੁਣ ਫਿਰ ਇੱਕ ਬਾਂਸ ਦੀ ਵੱਡੀ ਡਾਂਗ ਫੜਾ ਕੇ ਸਾਰੇ ਘਰ ਦੇ ਡੰਗਰ ਉਹਦੇ ਹਵਾਲੇ ਕਰ ਦਿੱਤੇ ਨੇ। ਤੇ ਜਦੋਂ ਹਵਾਲੇ ਕੀਤੇ ਨੇ, ਉਹਨਾਂ ਦੀ ਸੁਰਤੀ, ਉਹਦੀ ਬਿਰਤੀ ਪਤਾ ਨਹੀਂ ਕਿਹੜੇ ਆਕਾਸ਼ ਨੂੰ ਚੜੀ ਰਹਿੰਦੀ। ਆਖੋ ਸਤਿਨਾਮ। ਨਾਲੇ ਫਰਿਆਦ ਕਰ ਰਿਹਾ ਹੈ ਤੇ ਨਾਲੇ ਗੁਰੂ ਨਾਨਕ ਦੇ ਬਾਬਤ ਬੋਲ ਰਿਹਾ ਹੈ। ਤਾਤ ਤਾਹੇ ਜੋ ਤਬ ਪਟਵਾਰੀ, ਕਰਤ ਹਕੂਮਤ ਸੁਰਤ ਵਿਸਾਰੀ। ਇਹਨਾਂ ਦਾ ਰਾਜ ਚੱਲਦਾ, ਇਹਨਾਂ ਦਾ ਸਿੱਕਾ ਚੱਲਦਾ, ਇਹਨਾਂ ਦਾ ਬੋਲਬਾਲਾ ਹੈ, ਭਾਵ ਹਕੂਮਤ ਕਰਦੇ ਨੇ ਪਰ ਸੁਰਤੀ ਨਹੀਂ ਇਹਨਾਂ ਦੀ ਕਾਇਮ ਦੈਮ। ਸੋ ਇਸ ਕਰਕੇ ਇਹਨਾਂ ਨੇ ਜਿਹੜਾ ਘਨਾਉਣਾ ਕਾਰਜ ਕੀਤਾ ਹੈ, ਮੈਨੂੰ ਨਿਆਂ ਮਿਲਣਾ ਚਾਹੀਦਾ। ਆਖੋ ਸਤਿਨਾਮ। ਇਹ ਹੁਣ ਨਿਆਂ ਦੀ ਪੁਕਾਰ ਕਰਦਾ ਹੈ ਰਾਏਬੁਲਾਰ ਦੇ ਕੋਲ ਕਿਸਾਨ। ਇਹ ਸਾਰੀਆਂ ਗੱਲਾਂ ਬਾਤਾਂ ਬਹੁਤ ਵਧਾ ਚੜਾ ਕੇ ਆਪਣੇ ਕੇਸ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਜੀ। ਕਰੋ ਤਪਾਵਸ ਭੂਪਤ ਮੇਰੋ, ਨਾ ਤੁਰ ਉਜਰੈ ਨਗਰ ਸੋ ਤੇਰੋ। ਹੁਣ ਦੇਖੋ ਹਾਲ ਦਵਾਈ ਹੋਰ ਵੱਡੀ ਕਰਕੇ ਪਾਉਂਦਾ, ਕਹਿੰਦਾ ਕਰੋ ਤਪਾਵਸ ਭੂਪਤ ਮੇਰੋ, ਹੇ ਮੇਰੇ ਰਾਜਾ ਤੂੰ ਹੁਣ ਨਿਆਂ ਕਰੀ। ਨਿਆਂ ਕੌਣ ਕਰਦਾ ਭਾਈ? ਗੌੜੀ ਕਾਵਿ ਦਾ ਸ਼ਬਦ ਹੈ, ਪੂਰਾ ਨਿਆਂ ਕਰੇ ਕਰਤਾਰ। ਅਕਾਲ ਪੁਰਖ ਨੂੰ ਨਿਆਂ ਕਰਦਾ। ਗਰੀਬਾਂ ਉੱਪਰ ਜੇ ਖਿੰਚੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਦੋਂ ਉਹ ਸਜ਼ਾ ਦਿੰਦਾ ਉਹ ਨਿਆਂ ਕਰਦਾ ਨਾ, ਫਿਰ ਸਾਨੂੰ ਦੁੱਖ ਲੱਗਦਾ। ਆਖੋ ਸਤਿਨਾਮ। ਨਿਆਂ ਦੇ ਨਾਲ ਅਸੀਂ ਛੁੱਟ ਨਹੀਂ ਸਕਦੇ ਕਦੇ ਵੀ, ਕਿਉਂਕਿ ਸਾਡੀ ਜਿਹੜੀ ਬਿਰਤੀ ਹੈ ਨਾ, ਉਹ ਇੰਨੀ ਅਵਚੇਤਨ ਹੈ ਜਿਹਦਾ ਹਿਸਾਬ ਕੋਈ ਨਹੀਂ। ਇੰਨੇ ਗੁਨਾਹ ਕੀਤੇ ਜਿਹਦਾ ਹਿਸਾਬ ਹੀ ਕੋਈ ਨਹੀਂ। ਨਿਆਂ ਨਾਲ ਤਾਂ ਛੁੱਟ ਹੀ ਨਹੀਂ ਸਕਦੇ ਕਦੇ। ਆਓ ਕਿਤਾਬਾਂ ਨਹੀਂ ਕੀ ਕਹੀਏ, ਜਿਵੇਂ ਸਤਿਗੁਰੂ ਨੇ ਸਾਨੂੰ ਸਿਖਾਇਆ। ਅਸੀਂ ਤੇ ਖਿੰਡ ਖਿੰਡ ਭੁੱਲਣਹਾਰ, ਜੇ ਕਿਤੇ ਬਖਸ਼ੇ ਜਾਣਾ ਹੋਵੇ ਨਾ ਉਹਦੇ ਕੋਲੋਂ, ਤਾਂ ਉਹਦੀ ਕਿਰਪਾ ਨਾਲ ਹੀ ਬਖਸ਼ ਹੋ ਸਕਦਾ ਹੈ। ਉੱਦਾਂ ਸਾਡਾ ਕੋਈ ਛੁਟਕਾਰਾ ਨਹੀਂ ਜੇ ਉਹ ਨਿਆਂ ਕਰਨ ਤੇ ਆ ਜਾਂਦੇ ਆ। ਜਿਹੜੀ ਕੱਚੀ ਕੰਧ ਹੁੰਦੀ ਉਹਨੂੰ ਧੋਣ ਲੱਗ ਪਈ ਇਹਨਾਂ ਤੋਂ ਬਚਦੀ ਨਹੀਂ। ਜਿੰਨਾ ਉਹਨੂੰ ਧੋਈ ਜਾਣਾ ਉਹਨੇ ਖਰੀ ਜਾਣ, ਤੇ ਫਿਰ ਅੰਤ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ। ਆਖੋ ਸਤਿਨਾਮ। ਵਾਹਿਗੁਰੂ। ਜੇ ਕਹੀਏ ਨਿਆਂ ਕਰਕੇ ਸਾਡਾ ਵਜੂਦ ਰਹਿ ਜਾਵੇਗਾ ਤੇ ਬਿਲਕੁਲ ਨਹੀਂ। ਇਹ ਗੱਲ ਮਨ ਵਿੱਚ ਪੱਕੀ ਧਾਰ ਲਓ, ਨਿਆਂ ਦੇ ਨਾਲ ਸਾਡਾ ਛੁਟਕਾਰਾ ਨਹੀਂ। ਇਹ ਹੁਣ ਕਹਿੰਦਾ ਨਿਆਂ ਕਰ। ਰਾਏਬੁਲਾਰ ਕਹਿੰਦਾ ਹੇ ਭੂਪਤ, ਹੇ ਰਾਜੇ ਤੁਸੀਂ ਨਿਆਂ ਕਰੋ। ਜੇ ਨਿਆਂ ਹੁਣ ਮੇਰੇ ਨਾਲ ਨਾ ਕੀਤਾ, ਕਹਿੰਦਾ ਜੇ ਇਹੀ ਹਾਲਤ ਰਹੀ ਨਾ ਗੁਰੂ ਨਾਨਕ ਦੇ ਪੁੱਤਰ ਦੀ, ਤੇ ਸਾਰਾ ਨਗਰੀ ਉੱਜੜ ਜਾਣਾ। ਆਖੋ ਸਤਿਨਾਮ। ਭਾਵ ਉਹਨੇ ਮੱਝਾਂ ਚਾਰ ਜਾਂ ਉਹਨੇ ਕਿਤੇ ਕਿਹੜਾ ਮੱਝੀਆਂ ਡਾਂਗ ਮਾਰਨੀ, ਉਹ ਤਾਂ ਪ੍ਰੇਮ ਦਾ ਪਿਆਰੀ ਮਸਤ ਬੰਦਾ, ਉਹਦੀ ਸੁਰਤੀ ਚੜ੍ਹ ਜਾਂਦੀ ਦਸਵੇਂ ਦਵਾਰ। ਆਖੋ ਸਤਿਨਾਮ। ਤੇ ਪਸ਼ੂ ਜਿੱਥੇ ਵੀ ਮਰਜ਼ੀ ਤੁਰੇ ਫਿਰ
ਜੇ ਇਹੀ ਹਾਲਾਤ ਰਹੇ ਨਾ, ਹਜ਼ਾਰਾਂ ਵਿੱਗੇ ਜਿਹੜੀ ਉਸ ਵੇਲੇ ਨਨਕਾਣਾ ਸਾਹਿਬ ਦੀ ਜਨਮ ਭੂਮੀ ਜਿੱਥੇ ਗੁਰੂ ਨਾਨਕ ਦਾ ਜਨਮ ਹੋਇਆ, ਉਹ ਕਹਿੰਦੇ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਆ ਕਹਿੰਦੀ ਸਾਰੀ ਉੱਜੜ ਜਾਣੀ ਹੈ, ਚਰਾ ਦੀ ਬਣ ਜਾਣੀ, ਪਸ਼ੂ ਹੀ ਚਾਰੇ ਤੁਹਾਡੇ ਖਾਣ ਵਾਸਤੇ ਅੰਨ ਦਾਣਾ ਨਹੀਂ ਜੇ ਬਚਣਾ। ਜੇ ਹਾਲਾਤ ਹੈ ਇੱਦਾਂ ਦੀਆਂ ਗੱਲਾਂ ਉਹ ਕਿਸਾਨ ਕਰ ਰਿਹਾ ਹੈ ਜੀ। ਦਿਨ ਪ੍ਰਤ ਅਸਬਿਤ ਜੇ ਕ੍ਰਿਸ਼ ਉਜਰੈ, ਰਾਤ ਕੈਸ ਬਸਾਸਤ ਗੁਜਰੈ। ਜ਼ਿਮੀਂਦਾਰਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ? ਜਿਹੜੀ ਇੱਥੋਂ ਦੀ ਪਰਜਾ ਉਹਦਾ ਗੁਜ਼ਾਰਾ ਕਿਵੇਂ ਹੋਵੇਗਾ? ਜੇ ਮੰਡੀਆਂ ਵਿੱਚ ਧਾਨ ਹੀ ਨਾ ਪੁੱਜਾ, ਖੇਤਾਂ ਦੇ ਵਿੱਚੋਂ ਕੁਝ ਨਿਕਲਿਆ ਹੀ ਨਾ, ਤੇ ਫਿਰ ਗੁਜ਼ਾਰਾ ਕਿਵੇਂ? ਕਿਵੇਂ ਕਾਰ ਵਿਹਾਰ ਚੱਲੇਗਾ? ਕਿਵੇਂ ਬਿਜ਼ਨਸ ਚੱਲਣਗੇ? ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਤੇ ਸਾਰਾ ਕੁਝ ਡਿਪੈਂਡ ਹੈ। ਹੁਣ ਅਸੀਂ ਵੀ ਕਹਿੰਦੇ ਨਾ ਸਰਕਾਰ ਨੂੰ ਤਾਨੇ ਮੇਨੇ ਮਾਰਦੇ ਨਾ, ਇਹੀ ਗੱਲਾਂ ਕਹਿੰਦੇ ਅਸੀਂ ਵੀ ਜੇ ਜ਼ਿਮੀਂਦਾਰ ਦੇ ਪੱਲੇ ਕੱਖ ਨਾ ਹੋਇਆ ਤੇ ਫਿਰ ਬਾਕੀਆਂ ਦੇ ਕਿੱਥੋਂ ਹੋਣਾ? ਆਖੋ ਸਤਿਨਾਮ ਵਾਹਿਗੁਰੂ। ਕਿਵੇਂ ਵਿਆਹਾਂ ਤੇ ਵੱਡੇ ਵੱਡੇ ਟੈਂਟ ਲਾਉਣੇ, ਕਿਵੇਂ ਹਲਵਾਈ ਭਾਈ ਸੱਦਣੇ, ਤਾਂ ਹੀ ਸੱਦਾਂਗੇ ਜੇ ਜ਼ਿਮੀਂਦਾਰ ਦੇ ਕੋਲ ਹੋਵੇਗਾ। ਪਹਿਲਾਂ ਨਹੀਂ ਸੀ ਕਹਿੰਦੇ ਅਸੀਂ, ਹੁਣ ਪਤਾ ਲੱਗਾ ਸਾਨੂੰ। ਇਹੀ ਗੱਲਾਂ ਉਹ ਗੁਰੂ ਨਾਨਕ ਦੇ ਸਾਹਮਣੇ ਹੋ ਕੇ ਕਹਿ ਰਹੇ ਕਿ ਭਾਈ ਕਿਰਸਾਨੀ ਦੇ ਨਾਲ ਹੀ ਸਾਰਾ ਕੁਝ ਹੈ। ਜੇ ਜ਼ਿਮੀਂਦਾਰ ਦੇ ਚਾਰ ਪੱਲੇ ਦਾਣੇ ਹੋਣਗੇ, ਮੰਡੀ 'ਚ ਲਿਆਵੇਗਾ ਤਾਂ ਹੀ ਸਾਰੇ ਦਾ ਸਾਰਾ ਬਿਜ਼ਨਸ ਚੱਲਣਾ। ਹੋਰ ਇੱਥੇ ਇੰਡਸਟਰੀ ਤੇ ਕੋਈ ਹੈ ਹੀ ਨਹੀਂ। ਆਖੋ ਸਤਿਨਾਮ। ਇਹ ਉਹਨਾਂ ਸਰਕਾਰਾਂ ਦੀ ਸਾਜ਼ਿਸ਼ ਸੀ। ਪਹਿਲਾਂ ਤੁਹਾਨੂੰ ਛੋਟੇ ਛੋਟੇ ਟੁਕੜਿਆਂ 'ਚ ਵੰਡਿਆ, ਕਿੰਨੀਆਂ ਵੰਡਾਂ ਕੀਤੀਆਂ ਉਹਨਾਂ ਨੇ। ਜੇ ਗਣਾਉਣ ਲੱਗੀਏ ਨਾ, ਜਿੰਨਾ ਭਾਰਤ ਦਾ ਅੱਜ ਰਕਬਾ ਕੁੱਲ ਹੈ ਉਹਦੇ ਬਰਾਬਰ ਦਾ ਹੀ ਖਾਲਸਾ ਸਰਕਾਰ ਦਾ ਦਰਬਾਰ ਹੁੰਦਾ ਸੀ। ਆਪੋ ਸਤਿਨਾਮ। ਜੰਮੂ ਤੇ ਕਸ਼ਮੀਰ ਕੱਟਿਆ ਇਹਦੇ ਵਿੱਚ, ਪਾਕਿਸਤਾਨ ਦਾ ਪੂਰਾ ਹਿੱਸਾ ਜਿੰਨਾ ਵੀ ਉਹ ਪੰਜਾਬ ਦਾ ਹਿੱਸਾ ਹੀ ਸੀ। ਦਰਿਆ ਜੇਹਲਮ ਤੋਂ ਲੈ ਕੇ ਦਰਾ ਖੈਬਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਰਾਜਸਥਾਨ ਦੇ ਨਾਲ ਨੋਇਡਾ ਤੱਕ, ਦਿੱਲੀ ਤੱਕ ਦਾ ਇਲਾਕਾ, ਇਹ ਪੂਰਾ ਰਕਬਾ ਪੰਜਾਬ ਦਾ ਸੀ। ਚੀਨ ਦੇ ਨਾਲ ਲੱਗਦੀਆਂ ਸਰਹੱਦਾਂ, ਲੇਹ ਲਦਾਖ, ਪਿਛਲੇ ਸਰਕਾਰ ਜਦੋਂ ਬਣੀ ਨਾ ਅਟਲ ਬਿਹਾਰੀ ਵਾਜਪਾਈ ਦੀ, ਆਪੋ ਸਤਿਨਾਮ, ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਸਰਕਾਰ ਰਹੀ, ਉਹਨਾਂ ਨੇ ਚੀਨ ਦੇ ਕੋਲੋਂ ਨਾ ਉਸ ਖਿੱਤੇ ਦੀ ਮੰਗ ਕਰ ਲਈ ਜਿਹੜਾ ਅੱਜ ਵੀ ਚੀਨ ਦੇ ਥੱਲੇ ਹੈ। ਉਹ ਕਹਿੰਦੇ ਤੁਹਾਡਾ ਨਹੀਂ, ਭਾਰਤ ਦਾ ਨਹੀਂ, ਇਹ ਖਾਲਸਾ ਦਰਬਾਰ ਦੀ ਭੂਮੀ ਹੈ, ਖਾਲਸਾ ਰਾਜ ਦੀ ਸਰਕਾਰ ਸੀ ਇੱਥੇ। ਉਹ ਮੰਗਣਗੇ, ਉਹਨਾਂ ਨਾਲ ਗੱਲ ਹੋ ਸਕਦੀ, ਤੁਹਾਡੇ ਨਾਲ ਕੋਈ ਗੱਲ ਨਹੀਂ ਹੋਣੀ। ਸੋ ਉਹਦੇ ਵਿੱਚੋਂ ਹਰਿਆਣਾ ਬਣਿਆ ਤੇ ਹੁਣ ਪਤਾ ਨਹੀਂ ਹੋਰ ਇਹਨਾਂ ਨੇ ਕੀ ਕਰਨਾ। ਆਖੋ ਸਤਿਨਾਮ। ਛੋਟੇ ਛੋਟੇ ਟੁਕੜੇ ਕਰਕੇ ਤੁਹਾਨੂੰ ਕਮਜ਼ੋਰ ਕਰ ਦਿੱਤਾ, ਪਰ ਉਦੋਂ ਤੁਹਾਨੂੰ ਅਜੇ ਤੱਕ ਸਾਰ ਨਹੀਂ। ਹੁਣ ਜਦੋਂ ਬਿਲਕੁਲ ਗੜੇ ਤੱਕ ਆ ਗਿਆ ਨਾ ਪਾਣੀ, ਹੁਣ ਥੋੜਾ ਜਿਹੀ ਸੁਰਤ ਆਈ। ਆਖੋ ਸਤਿਨਾਮ। ਸੋ ਇਸ ਕਰਕੇ ਜ਼ਿਮੀਂਦਾਰਾਂ ਨੇ ਪਹਿਲ ਕੀਤੀ ਹੈ, ਬਣਦੀ ਵੀ ਸੀ। ਸੋ ਸਤਿਗੁਰੂ ਹੋਰ ਮੋਰਚੇ ਨੂੰ ਬਲ ਬਖਸ਼ੇ। ਪਰ ਇੱਥੇ ਜਿਹੜੀ ਗੱਲ ਚੱਲ ਰਹੀ ਹੈ ਕਿਰਸਾਨੀ ਦੀ, ਉਹ ਕਿਵੇਂ ਗੁਰੂ ਨਾਨਕ ਦੇ ਪਰਥਾਏ ਰਾਜ ਦਰਬਾਰ ਵਿੱਚ ਗੱਲਾਂ ਕਰ ਰਿਹਾ ਹੈ ਜੀ। ਸੁਨਤ ਰਾਏ ਔਰ ਰਿਸ ਭਰ ਸਰਖਾ, ਹਿਰਤ ਬੋਲੇ ਮੁਕਤੇ ਪਰਖਾ। ਹੁਣ ਰਾਏ ਬਲਾਰ ਵੀ ਗੁਰੂ ਨਾਨਕ ਦਾ ਉਪਾਸ਼ਕ ਹੈ। ਆਖੋ ਸਤਿਨਾਮ। ਔਰ ਉਹਨੇ ਜਦੋਂ ਇਹ ਸਾਰੇ ਬਚਨ ਸੁਣੇ, ਸਾਰੀ ਵਾਰਤਾਲਾਪ ਸੁਣੀ ਹੈ, ਉਹਦਾ ਵੀ ਚਿਹਰਾ ਭਰ ਕੇ ਲਾਲ ਹੋ ਗਿਆ। ਇਵੇਂ ਰੁੱਖੇ ਬਚਨ ਬੋਲਦਾ ਨਹੀਂ। ਸਭਾ ਵਿੱਚ ਬੋਲਣ ਦਾ ਵੀ ਢੰਗ ਤਰੀਕਾ ਹੁੰਦਾ ਹੈ, ਕਿਹੜਾ ਢੰਗ ਹੁੰਦਾ ਹੈ, ਕਿਵੇਂ ਆਪਦਾ ਪੱਖ ਰੱਖਿਆ ਜਾਂਦਾ ਹੈ ਨਿਮਰਤਾ ਦੇ ਨਾਲ। ਆਖੋ ਸਤਿਨਾਮ। ਪਰ ਉਹਦੇ ਬੋਲਾਂ ਵਿੱਚ ਕਰਖਤਪਨ ਸੀ। ਉਸ ਕਰਖਤਪਨ ਨੂੰ ਰਾਏ ਬਲਾਰ ਨੇ ਥੋੜਾ ਜਿਹਾ ਝਟਕਿਆ ਹੈ, ਵਰਜਿਆ ਹੈ ਕਿ ਆਪਣਾ ਪੱਖ ਸਹੀ ਢੰਗ ਦੇ ਨਾਲ ਲਾ, ਐਵੇਂ ਦੂਸ਼ਣਬਾਜ਼ੀ ਨਹੀਂ ਕਰੀਦੀ। ਕਿਵੇਂ ਰਾਏ ਬਲਾਰ ਉਸ ਨੂੰ ਝਟਕਦਾ ਹੈ। ਸਭ ਕੋ ਡਰੇ ਔਰ ਦੀਨ ਨਿਵਾਰੇ, ਚਾਰਤ ਖੇਤੀ ਸਿਸਮਤ ਵਾਰੇ। ਫਿਰ ਥੋੜਾ ਜਿਹਾ ਖਟੰਬਰ ਕੇ ਬੋਲਦਾ ਜੀ, ਕਹਿੰਦਾ ਦਿਨ ਪ੍ਰਤ ਅਸ ਬਿਨ ਜੇ ਕ੍ਰਿਸ ਉਜਰੇ,
ਸਭ ਕੋ ਡਰ ਔਰ ਦੀਨ ਵਿਸਵਾਰੇ। ਕਹਿੰਦੇ ਇਹਨੇ ਤਾਂ ਸਾਰਾ ਡਰ ਖਤਮ ਕਰ ਲਿਆ ਆਪਣੇ ਆਪ। ਜਦੋਂ ਡਰ ਖਤਮ ਹੋ ਜਾਵੇ, ਰਾਹ ਕੈਸੇ ਇਜ਼ਤ ਗੁਜਰੇ। ਚਾਰਤ ਖੇਤੀ ਕਿਸਮਤ ਬਾਰੇ, ਭਾਵ ਇਹ ਸਮਸਤ ਬੱਚੇ ਨੇ ਕਿਵੇਂ ਤੇਰੀ ਖੇਤੀ ਉਜਾੜ ਦਿੱਤੀ ਹੈ ਤੇ ਘੋੜਾ ਘੋੜਾ ਲੱਗਦਾ ਵੇ। ਆਪੋ ਸਤਨਾਮ। ਜਦੋਂ ਇਸ ਤਰ੍ਹਾਂ ਦੇ ਬਚਨ ਰਾਏ ਬਦਾਰ ਨੇ ਕੀਤੇ ਹਨ ਜੀ। ਪੁਨ ਪ੍ਰੀਤੀਆਂ ਸੰਗ ਬਚਨ ਬਖਾਨਾ, ਅਗਰਜ ਬਾਰਿਕ ਮਸਤਾਨਾ। ਕਹਿੰਦੇ ਠੀਕ ਹੈ, ਇਹ ਬਾਲਕ ਮਸਤਾਨਾ ਹੈ, ਇਹਦਾ ਕੋਈ ਕਸੂਰ ਨਹੀਂ ਹੈ। ਤੂੰ ਏਦਾਂ ਕਰ, ਇਹਦੇ ਪਿਤਾ ਨੂੰ ਸੱਦ। ਇਹਦੇ ਤੋਂ ਥੋੜਾ ਆਪਾਂ ਹੁਣ ਨਜ਼ਰਾਨਾ ਭਰਨਾ ਜਾਂ ਹਰਜਾਨਾ ਇਹਦੇ ਕੋਲ ਥੋੜਾ ਭਰਨਾ। ਪਿਤਾ ਨੂੰ ਸੱਦ। ਨੌਕਰ ਨੂੰ ਭੇਜਿਆ ਹੈ ਕਿਸ ਪਾਸੇ ਕਿ ਜਿੱਥੇ ਕਿਤੇ ਮਹਿਤਾ ਕਾਲੂ ਜੀ ਹਨ, ਉਹਨਾਂ ਨੂੰ ਬੁਲਾਵਾ ਭੇਜ, ਉਹਨਾਂ ਨੂੰ ਸਦਨਾ ਕਰੋ ਜੀ। ਤੂੰ ਕਾਲੂ ਕੋ ਲਿਆਓ ਬੁਲਾਈ, ਪਰੈ ਉਜਰਾ ਜਿਨ ਉਜਰਾਈ। ਜੇ ਤੇਰਾ ਦੋਸ਼ ਆਇਤ ਹੋ ਜਾਂਦਾ ਹੈ ਵੀ ਪੱਕਾ ਹੀ ਇਹਨੇ ਉਜਾੜੀ ਹੈ, ਤੇ ਫਿਰ ਆਪਾਂ ਇਹਦੇ ਕੋਲ ਥੋੜਾ ਭਰਨਾ। ਕਾਲੂ ਨੂੰ ਕਹਾਂਗੇ ਭਾਈ ਜਿਹੜਾ ਦੇਖਾ ਹਿਸਾਬ ਕਿਤਾਬ ਹੈ ਹੁਣ ਤੂੰ ਕਰ, ਤੇਰੇ ਪੁੱਤ ਨੇ ਕਾਰਜ ਕੀਤਾ ਹੈ। ਜਦੋਂ ਇਹ ਗੱਲ ਕਹੀ ਤੇ ਉਸੇ ਵੇਲੇ ਫਿਰ ਨੌਕਰ ਸਰਪੱਟ ਚਰਣਾ ਕਰਦਾ ਹੈ ਜੀ। ਗਇਓ ਬੇਗ ਕਾਲੂ ਆਹੂਤਾ, ਚਲੋ ਪੂਤ ਕੀ ਪਿਖ ਕਰ ਤੁਤਾ। ਉਹ ਬੜਾ ਪੱਧਰਾ ਸੀ, ਜਾਂ ਨੂੰ ਕੋਈ ਭਾਵ ਸੀ ਜਾਂ ਪ੍ਰੇਮ ਸੀ ਗੁਰੂ ਨਾਨਕ ਦੇ ਨਾਲ ਜਾਂ ਉਹਦੇ ਪਿਤਾ ਦੇ ਨਾਲ। ਅੱਜ ਤੇ ਅਸੀਂ ਸਤਿਕਾਰ ਕਰਦੇ ਹਾਂ। ਇਹ ਇੱਕ ਰਵਾਇਤ ਹੈ ਦੁਨੀਆ ਦੇ ਅੰਦਰ ਕਿ ਜਿਹੜੇ ਸੰਤ ਨੇ, ਮਹਾਂਪੁਰਖ ਨੇ ਔਰ ਜਿੰਨੇ ਵੀ ਅਵਤਾਰੀ ਪੁਰਸ਼ ਨੇ, ਅਸੀਂ ਉਹਨਾਂ ਦੀ ਪੂਜਾ ਕਰਦੇ, ਸਤਿਕਾਰ ਕਰਦੇ ਹਾਂ। ਪਰ ਅਸੀਂ ਕਦੀ ਇਹ ਨਹੀਂ ਚਾਹੁੰਦੇ ਕਿ ਸਾਡੇ ਘਰ ਵੀ ਸੰਤ ਪੈਦਾ ਹੋਵੇ। ਆਖੋ ਸਤਿਨਾਮ। ਸਾਡੇ ਘਰ ਵੀ ਭਗਤ ਪੈਦਾ ਹੋਵੇ। ਕਿਸੇ ਨੇ ਕਦੀ ਕਿਹਾ ਤਾਂ ਕਿ ਅਰਦਾਸ ਕੀਤੀ, ਇਹ ਤਾਂ ਗੁਰਬਾਣੀ ਕਹਿੰਦੀ ਜੰਮਿਆ ਪੂਤ ਭਗਤ ਗੋਬਿੰਦ ਕਾ। ਇਹ ਤਾਂ ਸਤਿਗੁਰੂ ਕਹਿ ਰਹੇ ਨੇ। ਗੁੱਜੀ ਛੰਨੀ ਨਾਹੀ ਬਾ ਸਤਿਗੁਰ ਪੂਰੇ ਇਹਨੇ ਦਾਈ। ਇਸ ਤਰ੍ਹਾਂ ਦੇ ਸ਼ਬਦ ਗੁਰੂ ਸਾਹਿਬ ਨੇ ਪੜ੍ਹੇ ਨੇ। ਤੇ ਅਸੀਂ ਆ ਕੇ ਇੱਥੇ ਪਹਿਲੀ ਗੱਲ ਤਾਂ ਮੰਗਿਆ ਹੀ ਪੁੱਤ, ਧੀ ਮੰਗੀ ਨਹੀਂ। ਆਖੋ ਸਤਿਨਾਮ। ਬਖੇੜਾ ਇੱਥੇ ਖੜਾ ਕਰ ਦਿੰਦੇ ਅਸੀਂ। ਦੂਜੇ ਬੰਨੇ ਜਾ ਕੇ ਫਿਰ ਜੇ ਜੰਮ ਪੈਂਦਾ ਪੁੱਤ ਤੇ ਫਿਰ ਅਸੀਂ ਉਹਨੂੰ ਕਹਿੰਦੇ ਵੀ ਉਹ ਡਾਕਟਰ ਹੀ ਬਣੇ, ਇੰਜੀਨੀਅਰ ਹੀ ਬਣੇ, ਭਗਤ ਸਿੰਘ ਨਾ ਬਣੇ। ਭਗਤ ਸਿੰਘ ਜੰਮੇ ਤੇ ਗਵਾਂਢੀਆਂ ਦੇ ਘਰ ਹੀ ਨਹੀਂ ਪਈ। ਆਖੋ ਸਤਿਨਾਮ। ਕੌਣ ਚਾਹੁੰਦਾ ਹੈ ਫਾਂਸੀ ਦਾ ਰੱਸਾ ਗਲ ਵਿੱਚ ਪਾਵੇ? ਅਸੀਂ ਤੇ ਚਾਹੁੰਦੇ ਹਾਂ ਐਸ਼ੋ ਇਸ਼ਰਤ ਦੇ ਸਾਧਨ ਚਾਹੁੰਦੇ ਹਾਂ, ਮਾਇਆ ਚਾਹੁੰਦੇ ਹਾਂ। ਗੱਲ ਤੇ ਇੱਥੇ ਹੀ ਖੜੀ ਹੈ। ਹੁਣ ਇੱਥੇ ਵੀ ਉਹੀ ਗੱਲ ਹੈ ਕਿ ਸੰਤ ਪੂਜੇ ਜਾਂਦੇ ਨੇ, ਅਸੀਂ ਪੂਜਾ ਕਰ ਸਕਦੇ ਉਹਨਾਂ ਦੀ, ਪਰ ਇਹ ਨਹੀਂ ਕਹਿੰਦੇ ਕਿ ਸੰਤ ਸਾਡੇ ਘਰ ਜਾਂਦੇ, ਭਗਤ ਸਾਡੇ ਘਰ ਜਾਂਦੇ। ਭਗਤਾਂ ਦਾ ਕਿਤੇ ਜੀਵਨ ਪੜ੍ਹ ਕੇ ਵੇਖੋ, ਜਿੰਨੀਆਂ ਕੁਰਬਾਨੀਆਂ ਭਗਤਾਂ ਨੇ ਕੀਤੀਆਂ, ਜਿੰਨਾ ਉਹਨਾਂ ਨੂੰ ਜਿਹੜੇ ਉਸ ਸਮੇਂ ਦੇ ਰਾਜੇ ਸੀ ਉਹਨਾਂ ਦੇ ਨਾਲ ਇੱਕ ਦੁੱਕਾ ਹੋਣਾ ਪਿਆ। ਕਿਸੇ ਨੇ ਏਡਾ ਜੰਗ ਲੜਿਆ ਹੀ ਨਹੀਂ ਹੋਣਾ। ਆਖੋ ਸਤਿਨਾਮ। ਸਾਰੀ ਉਮਰ ਕਬੀਰ ਦਾ ਇੰਨਾ ਵਿਰੋਧ ਕੀਤਾ ਜਿਹਦਾ ਸਾਥ ਕੋਈ ਨਹੀਂ। ਭਗਤ ਰਵਿਦਾਸ ਦਾ ਇੰਨਾ ਵਿਰੋਧ ਜਿਹਦਾ ਸਾਥ ਕੋਈ ਨਹੀਂ। ਭਗਤਾਂ ਵਿੱਚੋਂ ਇੱਕ ਭਗਤ ਪੀਪਾ ਜੀ ਹੋਏ ਨੇ ਜਿਹੜੇ ਰਾਜੇ ਦੇ ਨਾਲ ਸੰਬੰਧਿਤ ਸੀ। ਧੰਨਾ ਜੱਟ ਹੈ, ਉਹਦਾ ਕਿੰਨਾ ਵਿਰੋਧ ਹੋਇਆ। ਆਖੋ ਸਤਿਨਾਮ। ਸਾਰੀ ਜ਼ਿੰਦਗੀ ਉਹਨਾਂ ਨੇ ਬਹੁਤ ਵੱਡੀ ਮਸ਼ੱਕਤ ਘਾੜੀ, ਫਿਰ ਜਾ ਕੇ ਨਾਮ ਪ੍ਰਗਟ ਹੋਇਆ ਉਹਨਾਂ ਦਾ। ਹੁਣ ਕਬੀਰ ਦੀ ਮਾਂ ਕਹਿੰਦੀ ਕਬੀਰ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੇ ਰਘੁਰਾਈ। ਕਬੀਰ ਦੀ ਮਾਂ ਫੁੱਟ ਫੁੱਟ ਕੇ ਰੋਂਦੀ ਪਈ ਹੈ। ਕਹਿੰਦੀ ਸਾਧ ਸੂਜਨ ਮੁੰਡੀਆਂ ਨੂੰ ਖੋਏ, ਮੁੰਡਿਆ ਕਿਉਂ ਨਾ ਹੋਇਓ। ਆਖੋ ਸਤਿਨਾਮ। ਕਹਿੰਦੀ ਇੰਨਾ ਸੋਹਣਾ ਦਰਾਣੀ ਨੇ ਤੇ ਜਠਾਣੀ ਨੇ ਰਲ ਕੇ ਕਹਿੰਦੀ ਸੂਤ ਕੱਤਿਆ ਸੀ, ਉਹ ਵੇਚ ਆਇਆ। ਕਾਹਦੇ ਵਾਸਤੇ ਵੇਚ ਆਇਆ? ਭਗਤਾਂ ਨੇ ਘਰ ਆਉਣਾ ਸੀ, ਜਲ ਪਾਣੀ ਚਾਹੀਦਾ ਸੀ, ਚੱਕ ਕੇ ਸੂਤ ਵੇਚ ਆਇਆ ਉਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕਰਨ ਵਾਸਤੇ। ਸੰਤ ਬਿਰਤੀ ਸੰਸਾਰ ਦੇ ਲੋਕਾਂ ਨੂੰ, ਉਹਨਾਂ ਦੇ ਘਰ ਦੇ ਪਰਿਵਾਰਾਂ ਨੂੰ ਔਖਾ ਕਰਦੀ। ਉਹਨੂੰ ਭੋਜਾ ਕਹਿੰਦੇ
ਜਿਹੜੇ ਛੋਲੇ ਚੱਪਣ ਵਾਲੇ ਹੁੰਦੇ ਕਹਿੰਦਾ ਤੁਸੀਂ ਖਾ ਲਓ, ਘਰਦਿਆਂ ਨੂੰ ਇਹ ਗੱਲ ਨਹੀਂ ਹੈ। ਤੇ ਜਿਹੜਾ ਵਧੀਆ ਭੋਜਨ ਹੁੰਦਾ ਕਹਿੰਦਾ ਭਗਤਾਂ ਨੂੰ ਖਵਾ ਦਿਓ। ਬਾਬਾ ਸਤਨਾਮ। ਤੇ ਘਰ ਦੇ ਕਿੱਦਾਂ ਕਹਿਣਗੇ ਚੰਗਾ ਵੀ ਭਗਤ ਸਾਹਿਬ। ਸੋ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ, ਉਹਨਾਂ ਦਾ ਬੈਲੈਂਸ ਕਹਿੰਦਾ ਹੀ ਨਹੀਂ ਕਦੇ ਵੀ। ਸੋ ਇਸ ਕਰਕੇ ਇੱਥੇ ਵੀ ਰਾਏ ਬੁਲਾਰ ਵੀ ਭਾਵੇਂ ਗੁਰੂ ਨਾਨਕ ਦਾ ਪੱਖ ਲੈ ਰਹੇ ਨੇ, ਪਰ ਪਿਤਾ ਵੱਲੋਂ ਕੋਈ ਹਾਮੀ ਨਹੀਂ। ਹੁਣ ਪਿਤਾ ਨੂੰ ਜਦੋਂ ਇਹ ਖਬਰ ਪਹੁੰਚੇਗੀ ਪਿਤਾ ਦੀ ਕੀ ਹਾਲਤ ਹੋਣੀ ਹੈ, ਉਹਨੇ ਵੀ ਇਹ ਕਹਿਣਾ ਵੀ ਗੁਰੂ ਨਾਨਕ ਨੇ ਨਵਾਂ ਚੰਦ ਚਾੜਤਾ। ਸਤਨਾਮ। ਜਦੋਂ ਨੌਕਰ ਪਹੁੰਚਿਆ ਜਾ ਕੇ ਸੱਦਾ ਦਿੱਤਾ ਤੇ ਕੀ ਹਾਲਤ ਹੈ, ਗਇਓ ਬੇਗ ਕਾਲੂ ਆਹੂਤਾ। ਨੌਕਰ ਭੱਜਾ ਗਿਆ ਉਸੇ ਵੇਲੇ ਹੀ ਜਦੋਂ ਰਾਏਬੁਲਾਰ ਨੇ ਹੁਕਮ ਦਿੱਤਾ ਕਿ ਜਾਓ ਕਾਲੂ ਨੂੰ ਸੱਦ ਕੇ ਜਾਓ। ਅਗਰ ਇਹ ਬਾਲਕ ਮਸਤਾਨਾ, ਇਹ ਜੇ ਉਹਦਾ ਪੁੱਤਰ ਮਸਤਾਨਾ ਹੈ, ਉਹਦੇ ਘਰ ਜਾਵੋ, ਚਾਲੋ ਪੂਤ